ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋ ਝਟੀਐ। ਤੁਧ ਡਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਤੁਧ ਡਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸਤਨਾਮ ਵਾਹਿਗੁਰੂ ਜੀ। ਬਸੰਤ ਮਹੱਲਾ ਪੰਜਵਾਂ। ਏਠ ਮੀਤ ਕੋ ਸਖਾ ਨਾਹੀ ਆਪ ਬੀਜ ਆਪੇ ਹੀ ਖਾਹੇ। ਜਾਂ ਕੈ ਕੀਨੈ ਹੋਤ ਬਿਕਾਰ ਸੇ ਛੋੜ ਚਲਿਆ ਖਿਨ ਮਹਿ ਗਵਾਰ। ਏਠ ਮੀਤ ਕੋ ਸਖਾ ਨਾਹੀ ਆਪ ਬੀਜ ਆਪੇ ਹੀ ਖਾਹੇ। ਜਾਂ ਕੈ ਕੀਨੈ ਹੋਤ ਬਿਕਾਰ ਸੇ ਛੋੜ ਚਲਿਆ ਖਿਨ ਮਹਿ ਗਵਾਰ। ਮਾਇਆ ਮੋਹ ਬਹੁ ਭਰਮਿਆ ਕਿਰਤ ਰੇਖ ਕਰ ਕਰਮਿਆ। ਕਰਨੈ ਹਾਰ ਅਲਿਪਤ ਆਪ ਨਹੀਂ ਲੇਪ ਪ੍ਰਭ ਪੁੰਨ ਪਾਪ। ਰਾਖ ਲਿਹੋ ਗੋਬਿੰਦ ਦਇਆਲ ਤੇਰੀ ਸ਼ਰਨ ਪੂਰਨ ਕਿਰਪਾਲ। ਤੁਝ ਬਿਨ ਦੂਜਾ ਨਹੀਂ ਠਾਓ ਕਰ ਕਿਰਪਾ ਪ੍ਰਭ ਦੇਹੁ ਨਾਉ। ਤੂੰ ਕਰਤਾ ਤੂੰ ਕਰਨਹਾਰ ਤੂੰ ਉੱਚਾ ਤੂੰ ਬਹੁ ਅਪਾਰ। ਕਰ ਕਿਰਪਾ ਲਾਡਲੇ ਹੋ ਲਾਏ ਨਾਨਕ ਦਾਸ ਪ੍ਰਭ ਕੀ ਸ਼ਰਨਾਏ। ਤੂੰ ਕਰਤਾ ਤੂੰ ਕਰਨਹਾਰ ਤੂੰ ਉੱਚਾ ਤੂੰ ਬਹੁ ਅਪਾਰ। ਕਰ ਕਿਰਪਾ ਲਾਡਲੇ ਹੋ ਲਾਏ ਨਾਨਕ ਦਾਸ ਪ੍ਰਭ ਕੀ ਸ਼ਰਨਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਇਹ ਜੋ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, ਇਸ ਦੀ ਪਾਵਨ ਵਿਚਾਰ ਆਪ ਜੀ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਦਰਦੀ, ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੀ ਕਾਰ ਸੇਵਾ ਸਤਿਕਾਰਯੋਗ
ਜਥੇਦਾਰ ਬਾਬਾ ਬਚਨ ਸਿੰਘ ਜੀ ਅਤੇ ਉਹਨਾਂ ਦੇ ਸਹਿਯੋਗੀ ਕਰਵਾ ਰਹੇ ਹਨ। ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਜੋ ਸੇਵਾ ਚੱਲ ਰਹੀ ਹੈ, 31 ਮਾਰਚ 18 ਚੇਤ ਨੂੰ ਲੈਂਟਰ ਪੈਣਾ ਹੈ। ਆਪ ਜੀ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਵਾਲਿਆਂ ਵੱਲੋਂ ਵੀ ਸੇਵਾ ਚੱਲ ਰਹੀ ਹੈ। ਇਸ ਸੇਵਾ ਵਿੱਚ ਵੀ ਆਪਣਾ ਯੋਗਦਾਨ ਪਾ ਕੇ ਕਮਾਈ ਸਫਲੀ ਬਣਾਓ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਹੋਲਾ ਮਹੱਲਾ ਪੁਰਬ ਗੁਰਦੁਆਰਾ ਦਮਦਮਾ ਸਾਹਿਬ ਵਿਖੇ 21 ਮਾਰਚ 8 ਚੇਤ ਨੂੰ ਅੰਮ੍ਰਿਤ ਵੇਲੇ ਤੋਂ ਸ਼ਾਮ ਤੱਕ ਮਨਾਇਆ ਜਾ ਰਿਹਾ ਹੈ। ਆਪ ਜੀ ਨੇ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਅਗਲੇ ਸਮੇਂ ਵਾਸਤੇ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਪਾਵ ਸੁਹਾਵੇ ਜਨ ਤੋ ਤਿਰ ਜੁਲਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਨ ਤੋ ਜਸ ਗਾਵੇ, ਜਿਉ ਪਿਆ ਤੋ ਸ਼ਰਨੀ, ਤੈਂਡੇ ਬੰਦਸ ਮੈਂ ਕੋਈ ਨਾ ਡਿਠਾ, ਤੂੰ ਨਾਨਕ ਮਨ ਪਾਣਾ, ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਿਛਾਣਾ, ਤੁਮਰੇ ਸ਼ਰਨ ਤੁਮਾਰੀ ਆਸਾ, ਤੁਮਹੇ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਇਆਲਾ, ਨਾਨਕ ਕਰਕੇ ਗੋਲੇ। ਸ਼ਹਿਨਸ਼ਾਹੇ ਹਰਦੁਆਲਮ ਸਾਹਿਬ ਕਮਾਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤ ਸੰਗਿਓ, ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਆਪ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ ਜਾਏ। ਉਸ ਪਾਤਸ਼ਾਹ ਜੀ ਦੇ ਪਾਵਨ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋ ਕੇ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਰੱਬੀ ਬਾਣੀ, ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਬਣੀ ਹੋਈ ਮਰਿਆਦਾ ਅਨੁਸਾਰ ਜੋ ਲੜੀਵਾਰ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ, ਉਸ ਅੰਦਰ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਪਾਵਨ ਸ਼ਬਦ ਮਾਨਯੋਗ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ। ਕੁਝ ਸਮਾਂ ਅਸੀਂ ਰਲ ਮਿਲ ਕੇ ਵਿਚਾਰ ਕਰਨੇ। ਅੱਜ ਦਾ ਇਹ ਜੋ ਮੁਬਾਰਕ ਸ਼ਬਦ ਹੈ, ਬਸੰਤ ਰਾਗ ਅੰਦਰ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ।
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 1192 ਤੇ ਸਬਾਇਮਾਨ ਹੈ। 8 ਪਦਿਆਂ ਦਾ ਇਹ ਸ਼ਬਦ ਹੈ। 4 ਪਦਿਆਂ ਦੀ ਵਿਚਾਰ ਆਪ ਜੀ ਨੇ ਕੱਲ ਸਰਵਣ ਕੀਤੀ ਸੀ। 4 ਪਦਿਆਂ ਦੀ ਵਿਚਾਰ ਅਸਾਂ ਰਲ ਮਿਲ ਕੇ ਕਰਨੀ ਹੈ। ਇਸ ਮੁਬਾਰਕ ਸ਼ਬਦ ਅੰਦਰ ਜੋ ਰਹਾਉ ਦੀ ਪੰਕਤੀ ਹੈ, ਪੰਚਮ ਗੁਰਦੇਵ ਜਿੱਥੇ ਬਾਰ-ਬਾਰ ਜ਼ੋਰ ਦੇ ਰਹੇ ਨੇ, ਕਿਉਂਕਿ ਜਿਹੜੀ ਰਹਾਉ ਦੀ ਪੰਕਤੀ ਹੁੰਦੀ ਹੈ ਨਾ, ਇਹੀ ਸਾਰੇ ਸ਼ਬਦ ਦਾ ਮੂਲ ਭਾਵ ਹੈ, ਸੈਂਟਰਲ ਆਈਡੀਆ ਹੈ। ਉਸ ਅੰਦਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਸਾਹਿਬ ਜੀ ਕਹਿੰਦੇ ਨੇ, ਗੋਬਿੰਦ ਭਜੋ ਮੇਰੇ ਸਦਾ ਮੀਤ, ਸਾਚ ਸ਼ਬਦ ਕਰ ਸਦਾ ਪ੍ਰੀਤ। ਕਹਿੰਦੇ ਨੇ, ਹੇ ਮੇਰੇ ਮਿੱਤਰ, ਉਸ ਪਰਿਪੂਰਨ ਪਰਮਾਤਮਾ ਨੂੰ ਹਮੇਸ਼ਾ ਹੀ ਯਾਦ ਕਰੋ, ਕਿਉਂਕਿ ਸਾਡਾ ਆਉਣ ਦਾ ਮਕਸਦ ਕੇਵਲ ਉਸ ਪਰਮਾਤਮਾ ਨੂੰ ਮਿਲਣਾ ਹੈ। ਅਸੀਂ ਆਏ ਤੇ ਉਸ ਨੂੰ ਮਿਲਣ ਵਾਸਤੇ ਹੀ ਆ, ਤੇ ਉਸ ਦਾ ਵਸੀਲਾ ਕੀ ਹੈ? ਸਿਮਰਨ ਹੈ। ਸਿਮਰਨ ਦੁਆਰਾ ਉਸ ਪਰਮਾਤਮਾ ਦੇ ਨਾਲ ਸਾਂਝ ਬਣਦੀ ਹੈ। ਇਸ ਕਰਕੇ ਬਾਣੀ ਵਿੱਚ ਬਾਰ-ਬਾਰ ਸਿਮਰਨ ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਸਿਮਰਨ ਕਰਨਾ, ਚੇਤੇ ਕਰਨਾ। ਔਰ ਜਿਸ ਨੂੰ ਚੇਤੇ ਕਰੀਏ, ਬਾਰ-ਬਾਰ ਯਾਦ ਕਰੀਏ, ਉਸ ਨਾਲ ਦਿਲੋਂ ਸਾਡੀ ਸਾਂਝ ਬਣ ਜਾਂਦੀ ਹੈ। ਔਰ ਇਹ ਵੀ ਸਿਆਣਿਆਂ ਦਾ ਕਥਨ ਹੈ ਕਿ ਇੱਕ ਐਸਾ ਪ੍ਰਕਿਰਤੀ ਦਾ ਨਿਯਮ ਹੈ ਕਿ ਜਿਸ ਨੂੰ ਤੁਸੀਂ ਜਿਸ ਤਰ੍ਹਾਂ ਯਾਦ ਕਰੋਗੇ, ਉਹਦੇ ਮਨ ਵਿੱਚ ਵੀ ਅੱਗੋਂ ਐਸੀ ਹੀ ਖਿੱਚ ਪੈਦਾ ਹੋ ਜਾਂਦੀ ਹੈ ਜਿਸ ਨੂੰ ਯਾਦ ਕਰਾਂਗੇ। ਕਿਸੇ ਨੇ ਪੁੱਛਿਆ, ਕਹਿਣ ਲੱਗੇ, ਤੂੰ ਮੈਨੂੰ ਕਿੰਨਾ ਕੁ ਪਿਆਰ ਕਰਨਾ ਹੈ? ਕਹਿਣ ਲੱਗਾ, ਆਪਣੇ ਮਨ ਕੋਲੋਂ ਪੁੱਛ। ਜਿੰਨਾ ਤੂੰ ਕਰਦਾ ਹੋਵੇਂਗਾ, ਕੁਦਰਤੀ ਇਹ ਮੇਰੇ ਮਨ ਵਿੱਚ ਵੀ ਓਨਾ ਹੀ ਹੋਵੇਗਾ। ਤੋ ਯਾਦ ਕਰਨਾ, ਚੇਤੇ ਕਰਨਾ। ਅਸੀਂ ਕਈ ਵਾਰੀ ਵੇਖਦੇ ਹਾਂ ਕਿ ਜੇ ਕੋਈ ਪ੍ਰਾਣੀ ਚਲਾ ਵੀ ਜਾਏ ਤੇ ਕਹਿੰਦੇ ਆ ਕਿ ਉਹਦੀ ਯਾਦ ਵਿੱਚ ਇਹ ਸਮਾਗਮ ਰੱਖਿਆ ਗਿਆ, ਕਿਉਂਕਿ ਯਾਦਾਂ ਸਦੀਵੀ ਰਹਿੰਦੀਆਂ ਨੇ। जाने वाले कभी नहीं आते, उनकी याद आ जाती है। दामन किसी का हाथ से जाता रहा, मगर एक रिश्ता एक ख्याल है जो टूटता नहीं। विचारां दी सांझ, शब्दां दी सांझ सਦੀवी बनी रहिंदी है, याद सਦੀवी बनी रहिंदी है। जिस नूं भी याद करांगे ते पातशाह जी कहंदे ने, उस परमात्मा नूं तू चेते कर, जिन्नू तू मिलन वास्ते आया, ओहदा सिमरन कर, ओहदी सिफत सलाह कर। कबीर जी दा पावन बचन है। कबीर जी कहंदे ने, कबीर मेरी सिमरनी रसना ऊपर राम, आद जुगादी सगल भगत ताको सुख विश्राम। कहते ने कि मेरी रसना ते राम नाम दे मणके चलन लग पे। बाहर दी सिमरनी भी इस करके है कि अंदर दा सिमरन चलन लग पवे। बाहर दी यात्रा जिहड़ी है ना, इस करके है कि साडे अंदर भी तब्दीली आ जाए। बाहरों इस करके रोज गुरु अगे अपना आपा झुकाया जाता है, तन झुकाया जाता है कि किते एक दिन मन भी झुकाने की जाच आ जाए। सानू अपना मन भी गुरु अगे अर्पण करने की जाच आ जाए। बाहर की क्रिया इस करके है कि अंदर की क्रिया भी चलन लग पवे। सिमरनी बाहर दी इस करके कि अंदर राम नाम दे मन के चल पैण, उहदी याद अंदरों चल पवे, उस नूं चेते करना है। और कबीर जी कहंदे ने
कि केवल अज दी गल नहीं, आद जुगा दी, आरंभ तो लैके जुगां दे आद तो लैके सारे भगतां दे सुख दा, शांति दा टिकाणा केवल ओदा सिमरन है, ओदी याद है, ओदी याद विच जुड़ना है, ओदी सिफत सलाह करनी है। हुण धन गुरु नानक देव महाराज जी जपजी साहब अंदर ही बख्शिश करदियां होया समझांदे ने, कहंदे ने एक बड़ा प्यारा सवाल है। वैसे तो गुरबाणी नूं ध्यान नाल पढ़ीए ते समझ आउंदी है कि इहदे विच सवाल भी ने ते जवाब भी विचों ही मिलणगे, पर जे किते ध्यान नाल पढ़िया जाए। पातशाह जी कहंदे ने फेर के अगे रखिए जित दिसै दरबार। हुण इत्थे कईयां सियाणियां ने अर्थ करन लग्गियां ये कीते कि अगे भेटा केड़ी रखनी है। कईयां टीकाकारां ने ये अर्थ कीते कि अगे की रखना है। किसी ने कह दिता जी हौमे अगे रखनी है, हौमे गुरु दे अगे रख। पर असल विच अगे रखिए दा अर्थ यह भी बनता है कि केड़ी चीज अगे रख के चलना है। जदों कोई बंदा हनेरे विच तुरदा है ना, ते उस वेले उन्होंने रोशनी की लोड़ पैंदी है, पर रोशनी केड़ी जेड़ी अगे रख के तुरदा है। हनेरे विच तुरांगे, कोई दीवा अगे रख के तुरेगा, कोई लालटैन अगे रख के तुरेगा, कोई टार्च लैके तुरदा ते अगे रख के तुरदा है। रात दे समय जदों असी गड्डी ड्राइव करने ते लाइट्स वो जगाइयां जांदियां ने जेड़ियां अगे ने। रोशनी थोड़ी भी होवे ना, अगे होवेगी, उन्होंने फॉलो करदा करदा मनुख मंजिल ते पहुंच जाता है। हुण संसार ते है ही हनेरा, संसार अंध गहेरा, चहु दिस पसरियो है जम जेवरा। इस हनेरे संसार विच तुरने ते रोशनी चाहिदी है। अंधियारे दीपक चाहिए, एक वस्त अगोचर लही है। हुण इस हनेरे संसार विच तू तुरने ते फिर पातशाह जी कहंदे ने अगे की रखेगा। ख्याल करियो, फेर के अगे रखिए जित दिसै दरबार। केड़ी चीज अगे रख के तुरेगा जिहदे नाल तैनूं उस मालक दा दरबार दिस पवे। एक बारी आखो सतनाम श्री वाहिगुरू। केड़ा दरबार? वो दरबार जिस लिए पढ़ने कि सो दर केहा सो घर केहा जित बह सर्ब संभाले। हुण उस दरबार तक असी पहुंचना है क्योंकि मिलने वास्ते आए हैं। ते पातशाह जी कहंदे ने कि केड़ी चीज अगे रख के तुरेगा तेनू दरबार दिस पवे। पर जे हुण तू दरबार तक पहुंच गया, तेनू दरबार नजर आ गया, फिर पातशाह जी कहंदे ने मूहों के बोलन बोलिए जित सुन धरे प्यार। जे तू दरबार विच पहुंच गया, उस मालक दे घर तक पहुंच गया, उत्थे जाके भी गल तां बननी है भी केड़े बोल मुख चों बोलने ने जिन्हां नूं सुन के उस प्यारे दा तेरे नाल प्यार बन जाए। केड़े बोल बोलने ने? सच जाणियो बोल ही ने जेड़े तुसीं वेखदे हो कई वारी दुश्मनां नूं सज्जण बना दिंदे ने, ते वो भी बोल ही ने जेड़े सज्जणां नूं भी दुश्मन बना दिंदे ने। है ते वो भी बोल ही ने। कई बारी कोई मनुख अदालत विच चला जाए ना, उत्थे जाके उसनूं जज दे सामने बोल नहीं बोलने आए, जज दे सामने जाके उन्होंने गल नहीं करनी आई, अपना केस ठीक ढंग दे नाल पेश नहीं कर सकिया,
ਤੇ ਸੱਚ ਜਾਣਿਓ ਬੰਦਾ ਸੱਚਾ ਹੁੰਦਾ ਹੋਇਆ ਵੀ ਝੂਠਾ ਹੋ ਕੇ ਘਰ ਵਾਪਸ ਆ ਜਾਏਗਾ। ਹੈ ਤੇ ਸੱਚਾ ਸੀ ਪਰ ਗੱਲ ਨਹੀਂ ਕਰਨੀ ਆਈ, ਬੋਲ ਨਹੀਂ ਬੋਲਣੇ ਆਏ, ਆਪਣਾ ਕੇਸ ਨਹੀਂ ਪੇਸ਼ ਕਰ ਸਕਿਆ। ਹੁਣ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਤੂੰ ਉੱਥੇ ਪਹੁੰਚ ਜਾਏ ਫਿਰ ਮੂੰਹੋਂ ਕੇ ਬੋਲਣ ਬੋਲੀਏ, ਚਿੱਤ ਸੁਣ ਧਰੇ ਪਿਆਰ। ਕਿਹੜੇ ਬੋਲ ਬੋਲਣੇ ਨੇ ਜਿਨ੍ਹਾਂ ਨੂੰ ਸੁਣ ਕੇ ਉਸ ਮਾਲਕ ਦਾ ਤੇਰੇ ਨਾਲ ਪਿਆਰ ਬਣ ਜਾਏ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਮੇਰੇ ਸਾਹਿਬ ਜੀ ਕਹਿੰਦੇ ਨੇ ਅੱਗੇ ਕੀ ਰੱਖਣਾ ਹੈ? ਅੰਮ੍ਰਿਤ ਵੇਲਾ। ਅੰਮ੍ਰਿਤ ਵੇਲਾ ਅੱਗੇ ਰੱਖ। ਤੇ ਸੱਚ ਜਾਣਿਓ ਅੱਜ ਸਾਡੇ ਕੋਲ ਤੇ ਅੰਮ੍ਰਿਤ ਵੇਲਾ ਨਹੀਂ ਰਿਹਾ। ਕੋਈ ਭਾਗਾਂ ਵਾਲੇ ਨੇ ਜਿਨ੍ਹਾਂ ਕੋਲ ਅੰਮ੍ਰਿਤ ਵੇਲੇ ਦੀ ਦਾਤ ਹੋਵੇਗੀ। ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਮਹਾਂਪੁਰਸ਼, ਉਹ ਇੱਕ ਬੜਾ ਪਿਆਰਾ ਬਚਨ ਕਰਿਆ ਕਰਦੇ ਸਨ। ਉਹ ਕਹਿੰਦੇ ਸਨ ਕੋਈ ਬੰਦਾ ਪਰਿਵਾਰ ਦਾ ਤਿਆਗੀ ਹੋ ਸਕਦਾ ਹੈ, ਜਾਇਦਾਦ ਦਾ ਤਿਆਗੀ ਹੋ ਸਕਦਾ ਹੈ, ਧੀਆਂ ਪੁੱਤਰਾਂ ਦਾ ਤਿਆਗੀ ਹੋ ਸਕਦਾ ਹੈ, ਘਰ ਵਾਲੀ ਦਾ ਤਿਆਗੀ ਹੋ ਸਕਦਾ ਹੈ, ਪਰ ਕੋਈ ਭਾਗਾਂ ਵਾਲਾ ਜਿਹੜਾ ਅੰਮ੍ਰਿਤ ਵੇਲੇ ਬਿਸਤਰੇ ਦਾ ਤਿਆਗੀ ਹੋ ਜਾਏ। ਅੰਮ੍ਰਿਤ ਵੇਲੇ ਬਿਸਤਰੇ ਦਾ ਤਿਆਗ ਕਰਨਾ ਬਹੁਤ ਕਠਿਨ ਹੈ। ਇਹ ਕਾਰਨ ਹੈ ਕਿ ਅੱਜ ਅਸੀਂ ਅੰਮ੍ਰਿਤ ਨਾਲੋਂ ਦੂਰ ਜਾ ਰਹੇ ਹਾਂ, ਕਿਉਂਕਿ ਅੰਮ੍ਰਿਤ ਵੇਲੇ ਦੀ ਅੰਮ੍ਰਿਤ ਨਾਲ ਬੜੀ ਗਹਿਰੀ ਸਾਂਝ ਹੈ। ਚੌਥੇ ਪਹਿਰੇ ਸੁਭਾ ਕੇ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਉ ਦੋਸਤੀ, ਮਨ ਮੁਖ ਸੱਚਾ ਨਾਉ। ਮਨ ਵਿੱਚ ਵੀ ਤੇ ਮੁਖ ਵਿੱਚ ਵੀ ਉਸ ਮਾਲਕ ਦਾ ਨਾਮ ਹੁੰਦਾ ਹੈ, ਉਹਦੀ ਸਿਫਤ ਸਲਾਹ। ਅੰਮ੍ਰਿਤ ਵੇਲਾ ਸੱਚ ਜਾਣਿਓ ਇੱਕ ਬਿਰਧ ਮਾਤਾ ਜੀ ਕਹਿ ਰਹੇ ਸਨ, ਗਿਆਨੀ ਜੀ ਅਰਦਾਸ ਕਰੋ ਅੰਮ੍ਰਿਤ ਵੇਲੇ ਦੀ ਦਾਤ ਮਿਲ ਜਾਏ। ਤੇ ਮੈਂ ਕਿਹਾ ਮਾਂ ਇਹ ਅਰਦਾਸ ਕਰਾ ਕਿ ਸਮੇਂ ਸਿਰ ਸੌਣਾ ਮਿਲ ਜਾਏ। ਜੇ ਸਮੇਂ ਸਿਰ ਸੌਣਾ ਨਾ ਮਿਲਿਆ ਅੰਮ੍ਰਿਤ ਵੇਲੇ ਨਹੀਂ ਉੱਠ ਸਕਾਂਗੇ। ਦਾਸ ਦੇ ਵਿਦਿਆ ਦਾਤਾ ਪੰਥ ਰਤਨ ਸੱਚਖੰਡ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ, ਉਹਨਾਂ ਨੂੰ ਇੱਕ ਵਾਰੀ ਕਿਸੇ ਗੁਰਮੁਖ ਪਿਆਰੇ ਨੇ ਪੁੱਛ ਲਿਆ। ਕਹਿਣ ਲੱਗੇ ਗਿਆਨੀ ਜੀ ਮਨੁੱਖ ਨੂੰ ਕਦੋਂ ਸੌਣਾ ਚਾਹੀਦਾ ਹੈ ਤੇ ਕਦੋਂ ਜਾਗਣਾ ਚਾਹੀਦਾ ਹੈ? ਬੜਾ ਪਿਆਰਾ ਵਚਨ ਕੀਤਾ ਉਹਨਾਂ। ਕਹਿਣ ਲੱਗੇ ਜਦੋਂ ਪੰਛੀ ਸੌਂਦੇ ਨੇ ਮਨੁੱਖ ਨੂੰ ਵੀ ਸੌਂ ਜਾਣਾ ਚਾਹੀਦਾ ਹੈ, ਜਦੋਂ ਪੰਛੀ ਜਾਗਦੇ ਨੇ ਮਨੁੱਖ ਨੂੰ ਵੀ ਜਾਗ ਪੈਣਾ ਚਾਹੀਦਾ ਹੈ। ਸੱਚ ਜਾਣਿਓ ਅੱਜ ਪੰਛੀਆਂ ਕੋਲ ਤੇ ਅੰਮ੍ਰਿਤ ਵੇਲਾ ਹੈ ਪਰ ਮਨੁੱਖ ਕੋਲ ਨਹੀਂ ਰਿਹਾ। ਸਾਹਿਬ ਜੀ ਕਹਿੰਦੇ ਨੇ ਅੰਮ੍ਰਿਤ ਵੇਲਾ ਅੱਗੇ ਰੱਖ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇਹ ਬੋਲ ਬੋਲਣੇ ਨੇ, ਸੱਚੇ ਨਾਮ ਦੀਆਂ ਵਡਿਆਈਆਂ ਦੀ ਵਿਚਾਰ ਕਰਨੀ ਹੈ, ਉਹਦੀ ਸਿਫਤ ਸਲਾਹ ਕਰਨੀ ਹੈ। ਤੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਭਾਗਾਂ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਸਿਫਤ ਸਲਾਹ ਕਰਨ ਦੀ ਜਾਚ ਆ ਜਾਏ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਉਹ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ ਜਿਹਨੂੰ ਇਹ ਸਿਫਤ ਸਲਾਹ ਕਰਨ ਦੀ ਜਾਚ ਆ ਜਾਏ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਤੇ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਹੋ ਜਾਂਦਾ ਹੈ ਜਿਹਨੂੰ ਇਹ ਸਿਫਤ ਸਲਾਹ ਕਰਨ ਦੀ ਜਾਚ ਆ ਜਾਏ। ਤੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਪਿਆਰਿਆ ਗੋਬਿੰਦ ਭਜੋ ਮੇਰੇ ਸਦਾ ਮੀਤ, ਸਾਚ ਸ਼ਬਦ ਕਰ ਸਦਾ ਪ੍ਰੀਤ। ਸਾਚ ਸ਼ਬਦ ਭਾਵ ਉਹਦੀ ਸਿਫਤ ਸਲਾਹ ਦੇ ਨਾਲ, ਉਹਦੀ ਬਾਣੀ ਦੇ ਨਾਲ ਸਦਾ ਪ੍ਰੀਤ ਕਰ। ਭਾਵੇਂ ਮਨੁੱਖ ਨੇ ਬੜੀਆਂ ਚੀਜ਼ਾਂ ਨੂੰ ਇਸ ਜਗਤ ਵਿੱਚ ਮਿੱਤਰ ਬਣਾਇਆ ਹੈ। ਮਨੁੱਖ ਨੇ ਪਰਿਵਾਰ ਨੂੰ ਮਿੱਤਰ ਬਣਾਇਆ ਹੈ, ਮਨੁੱਖ ਨੇ ਧਨ ਦੌਲਤ ਨੂੰ ਮਿੱਤਰ ਬਣਾਇਆ ਹੈ, ਮਨੁੱਖ ਨੇ ਆਪਣੇ ਕਰਮਾਂ ਨੂੰ ਮਿੱਤਰ ਬਣਾਇਆ ਹੈ। ਪਰ ਸੱਚ ਜਾਣਿਓ ਇਹ ਕੋਈ ਵੀ ਸਾਥ ਨਹੀਂ ਜੇ ਦਿੰਦੇ, ਇਹ ਸਦੀਵੀ ਨਾਲ ਨਹੀਂ ਨਿਭਦੇ। ਕਰਮਾਂ ਕਰਕੇ ਹੀ ਤੇ ਮਨੁੱਖ ਉਸ ਮਾਲਕ ਨਾਲੋਂ ਦੂਰ ਚਲਾ ਗਿਆ। ਇਹਨੇ ਕਰਮਾਂ ਨੂੰ ਮਿੱਤਰ ਬਣਾ ਲਿਆ। ਤੇ ਪਾਤਸ਼ਾਹ ਜੀ 12 ਮਾਹ ਵਿੱਚ ਕਹਿੰਦੇ ਨੇ
किरत कर्म के बिछड़े कर कृपा मेलो राम। अपने कर्मा करके विछड़ गए पर हुण अपने यत्नां नाल मिलिया नहीं जाना। आपन लिया जे मिले विछड़ क्यों रवाना। अपने यत्नां नाल नहीं मिलिया जाना। हुण तुसी किरपा करोगे ते तां ही मिलाप हो सकदा। अपने कर्मां नूं इसने मित्र बनाया, इसने परिवार नूं मित्र बना लिया। पर पातशाह जी बाणी अंदर आनंद साहब की बाणी तुसी रोज पढ़ते हो, ਉਹਦੇ ਵਿੱਚ गुरु अमरदास पातशाह जी कहते ने ए मन प्यारिया तू सदा सच संभाले। एक टंब तू जे देखदा चले नाही तेरे नाले। साथ तेरे चले नाही तिस नाल क्यों चित लाई है। ऐसा काम मूले ना कीचे जित अंत पछोताई है। वो काम ना कर जिहदे नाल फिर पछतावा होवे। और हकीकत है कि जदों बंदे दे कोल समा हुंदा ना उदों सूझ नहीं हुंदी, पर जदों सूझ आउंदी है ना उदों समा ही कोई नहीं हुंदा। उदों केवल पछतावा रह जाता है। केवल उदों मनुख कोल पछतावा, कीता कुछ नहीं जा सकता। बाणी बार बार सानू प्रेरणा करदी है कि जे साथी बनाना ही ते उस परमात्मा नू अपना साथी बना। बाकी जिन्ने रिश्ते नाते ने मुबारक ने, पर यह केवल अपनियां लोड़ां करके ने, गर्जां करके ने। जिस दिन लोड़ पूरी ना होवे उस दिन नाते टुट जाते ने। उस दिन फिर कोई भी साथ नहीं जे देंदा, जिस दिन गर्ज पूरी ना होवे। इत्थों तक पातशाह जी कहते हैं कि जे कोई चलाना भी कर जाता ना ते बंदे नू कोई नहीं जे रोंदा, अपने कर्मां नू सारे रोंदे ने, कम्मां नू रोंदे ने। वलेवे कारण बाबा रोइए रोवण सकल बेकारो। केवल अपनियां गर्जां नू, अपनियां लोड़ां नू। इत्थे कोई भी किसी दा मित्र नहीं। कबीर साहब जी बड़ा प्यारा बचन करते ने, कहते ने बहु पर पंच कर पर धन लियावे। कहते ने कि बंदा बड़ियां ठगियां मारदा है, धोखा करदा है, धन लुट के लियाउंदा है, ते उस धन दा फिर करदा की है। सुतदारा प्यान लुटावे। कहंदे ने सुत कहंदे ने धीआं पुत्रां नूं, दारा कहंदे ने घर वाली नूं। लिया के धन अपने धीआं पुत्रां तो निशावर करदा है, घर वाली तो निशावर करदा है। सुतदारा प्यान लुटावे। मन मेरे भूले कपट न कीचै। अंत नबेरा तेरे जी पै लीजै। कहंदे ने मना किथे भुलिया फिरना, आखिरकार ते लेखा तेनू देना पैना। तेरे नाल इन्हां विचों किसे भी नहीं खलोना। ये केवल लोड़ां दे ने, गर्जां दे ने। जदों किसी का आनंद कारज हुंदा है ना ते असीं कह दिंदे आ कि ये जीवन साथी है। जीवन का साथ है पर मरण साथी कोई नहीं जे बनता। अगे साथ कोई नहीं देंदा। जह मात पिता सुत मीत ना भाई, मन ऊहा नाम तेरे संग सहाई। उत्थे ते केवल नाम ने तेरे नाल जाना सी। उत्थे ते कीती हुई सिफत सलाह ने तेरे नाल जाना सी। पर केवल परिवार दे पिछे लग के उस मालिक नूं चेते ही नहीं कीता, उस मालिक नूं भुला दिता। पर साहब जी कहंदे ने मन मेरे भूले कपट न कीजै। अंत नबेरा तेरे जी पै लीजै।
ਛਿਨ ਛਿਨ ਤਨ ਛੀਜੈ ਜਰਾ ਜਨਾਵੈ। ਕਹਿੰਦੇ ਨੇ ਜਦੋਂ ਤੇਰਾ ਤਨ ਹੌਲੀ ਹੌਲੀ ਛੀਣ ਹੋ ਗਿਆ, ਕਮਜ਼ੋਰ ਹੋ ਗਿਆ, ਬੁਢੇਪਾ ਆ ਗਿਆ, ਤੂੰ ਪਰਿਵਾਰ ਦੇ ਕੰਮ ਆਉਣ ਜੋਗਾ ਨਾ ਰਿਹਾ, ਉਸ ਵੇਲੇ ਇੱਕ ਸਮਾਂ ਐਸਾ ਵੀ ਆਉਣਾ ਪਿਆਰਿਆ, ਤੂੰ ਭਾਵੇਂ ਘਰ ਦੇ ਵਿੱਚ ਬੜੇ ਬਰਤਨ ਲਿਆ ਲਿਆ ਕੇ ਰੱਖੇ ਨੇ, ਤੂੰ ਘਰ ਨੂੰ ਬੜਾ ਸਜਾਇਆ, ਪਰ ਇੱਕ ਸਮਾਂ ਐਸਾ ਆਉਣਾ ਵੀ ਤੂੰ ਇਸ ਪਰਿਵਾਰ ਨੂੰ ਇਹ ਕਹੀਂ ਕਿ ਮੈਂ ਤੁਹਾਡੇ ਕੋਲੋਂ ਭਾਂਡਾ ਨਹੀਂ ਮੰਗਦਾ, ਤੁਹਾਨੂੰ ਬਾਰ-ਬਾਰ ਬਰਤਨ ਧੋਣੇ ਪੈਂਦੇ ਨੇ, ਖੇਚਲ ਕਰਨੀ ਪੈਂਦੀ ਹੈ, ਮੈਨੂੰ ਭਾਂਡਾ ਨਾ ਦਿਓ, ਤੁਸੀਂ ਮੇਰੀ ਬੁੱਕ ਵਿੱਚ ਪਾਣੀ ਪਾ ਦਿਓ। ਸੱਜਣਾ, ਤੇਰੀ ਬੁੱਕ ਵਿੱਚ ਵੀ ਕਿਸੇ ਪਾਣੀ ਨਹੀਂ ਪਾਣਾ। ਛਿਨ ਛਿਨ ਤਨ ਛੀਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ। कहत कबीर कोई नहीं तेरा, हृदय राम की न जपे सवेरा। कहते ने क्यों नहीं उस मालिक नूं चेते करदा जिन्ने तेरा साथ देना। इत्थे कोई भी किसी दा नहीं। मित्र ते तू बड़े बनाए, पर अपनियां लोड़ां दे, अपनियां गरजां दे आखिरकार एक दिन साथ छड्ड जाणगे, एक दिन धोखा दे जाणगे। ते सच जाणिओ, बहुते मित्र ते बनदे ही धोखा देण वास्ते। बहुते मित्र धोखा देण लई बनदे ने। मैं एक दिन पढ़ रहा सी, कहंदे ने कि किसी मनुख ने जज दे कोल शिकायत कीती अदालत विच कि फलाणे बंदे ने मित्र बन के मेरे नाल धोखा कीता है। जज ने बुलाया ते कहन लगा कि तू एडा अकिरत घण बंदा, मैं चाहना तू मेरी अखां तो दूर हो जाए, तेनू सख्त तो सख्त सजा दी जाए। पूछया क्यों? कहन लगे तू मित्र बन के धोखा दिता। ते वो मनुख हस पिया, कहन लगा जज साहब, मैनू लगदा तुसी इस कुर्सी दे योग नहीं। हैरान हो के पूछया क्यों? कहन लगे तुहानू इन्ना पता नहीं, धोखा दिता ही मित्र बन के जाता है, उस तरह तो कोई धोखा खांदा ही नहीं। धोखा देना सी इस करके मित्र बनिया सा। बहुते मित्र जेड़े ने वो धोखा देने लई मित्र बनते ने। जै जै डाली पग धरों सोई मुर मुर जाए, सारे साथ छड्ड जाते ने, पर इको ही मित्र है जेड़ा सदीवी साथ देण वाला है, वो है परिपूर्ण परमात्मा, जिन्हें सदीवी साथ देना है। हुण पातशाह जी बख्शिश पे करते ने, ईठ मीत को सखा ना है। कहते ने कोई भी मित्र प्यारा, कोई भी साथी नहीं बनता, किसी ने साथ नहीं देना, सारे साथ छड्ड जाणगे। कोई बंदा किते संगी होवेगा, हर थां ते सहाई नहीं हुंदा। कोई किते सहायता करेगा, हर वेले दा संगी नहीं हुंदा। पर पातशाह जी कहंदे ने, आ तेनू ऐसे मित्र दे लड़ ला दियां, गुर पूरे चरनी लाया, हर संग सहाई पाया। वो परमात्मा जेड़ा हर वेले दा संगी ते हर वेले दा सहाई। दुकालं प्रणासी दयालं स्वरूपे, सदा अंग संगे अपंगं बबूते। हर वेले दा साथी वो केवल परिपूर्ण परमात्मा है। सब कहंदे ने, आपे बीज आपे ही खाए। कहंदे ने प्यारिया, ये जिहड़ा शरीर है ना, ये कर्म भूमि है। इस कर्म भूमि दे विच तू अपने कर्मां दा बीज बीजना है। ए जो असी कर्म कर रहे हैं ना जी, ये बीज बीजिया जा रहा है। और जदों बीज नूं बीजिया जांदा है ना, प्रकृति दा एक ऐसा नियम है कि वो बीज कई गुणा वध फलीभूत हुंदा है, कई गुणा वध। जे खेत विच एक मण कणक बीजी जाती है तो वह फल जदों मिलता है ना, वो एक मण नहीं हुंदा,
ਉਹ ਫਿਰ 25-26 ਕੁਆਂਟਲ ਤੱਕ 30 ਕੁਆਂਟਲ ਤੱਕ ਵੀ ਪਹੁੰਚ ਜਾਂਦਾ ਹੈ। ਜਿੰਨਾ ਬੀਜ ਬੀਜਿਆ ਜਾਏ ਉਹਦਾ ਫਲ ਕਈ ਗੁਣਾ ਵੱਧ ਪ੍ਰਾਪਤ ਹੋਵੇਗਾ। ਔਰ ਜੇ ਬੀਜ ਚੰਗਾ ਬੀਜਿਆ ਗਿਆ ਤੇ ਉਹਦਾ ਫਲ ਵੀ ਚੰਗਾ ਹੁੰਦਾ ਹੈ, ਪਰ ਜੇ ਬੀਜ ਮਾੜਿਆ ਬੀਜਿਆ ਗਿਆ ਨਾ ਜੀ, ਉਹਦਾ ਫਲ ਕਦੇ ਵੀ ਚੰਗਾ ਨਹੀਂ ਹੋ ਸਕਦਾ, ਫਲ ਵੀ ਮਾੜਾ ਹੀ ਹੋਵੇਗਾ। ਔਰ ਇਹ ਨਹੀਂ ਹੋ ਸਕਦਾ ਕਿ ਬੀਜ ਮੈਂ ਮਾੜਾ ਬੀਜਿਆ ਤੇ ਮੈਂ ਕਹਿ ਦਿਆਂ ਕਿ ਹੁਣ ਮੈਨੂੰ ਫਲ ਚੰਗਾ ਮਿਲ ਜਾਏ। ਬਾਬਾ ਫਰੀਦ ਜੀ ਕਹਿੰਦੇ ਨੇ, ਲੋੜੇ ਦਾਖ ਬਿਜੋਰੀਆ ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਇਂਦਾ ਪੈਦਾ ਲੋੜੈ ਪਟ। ਇਹ ਨਹੀਂ ਹੋ ਸਕਦਾ ਕਿ ਤੂੰ ਉਨ ਕੱਤ ਕੇ ਤੇ ਆਖੇ ਕਿ ਮੈਨੂੰ ਰੇਸ਼ਮ ਮਿਲ ਜਾਏ, ਤੈਨੂੰ ਬਜੋਰ ਦੀਆਂ ਦਾਖਾਂ ਮਿਲ ਜਾਣ, ਕਿੱਕਰ ਬੀਜਣ ਦੇ ਉਪਜਾਨੇ ਵਿੱਚ ਨਹੀਂ ਮਿਲਣੀਆਂ। ਇਹ ਤੇ ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਇਸ ਖੇਤ ਵਿੱਚ ਜੋ ਵੀ ਬੀਜੇਗਾ ਉਹ ਹੀ ਮਿਲਣਾ ਹੈ। चार वेद छे शास्त्र में बात लिखी है दोए, सुख दीजै सुख होत है, दुख दीजै दुख होए। जिहो जिहा बीज बीजांगे। और मैं भी बेनती करा कि वेखो कई बारी ना ऐसा हुंदा है कि बीज बीजण वाला एक है पर खाण वाले ते बहुत ने, खाण वाले ते हज़ारां ही ने। किसी मनुख ने फलदार बूटा लाया, एक ने लाया होवेगा पर फल खाण वाले ते बहुत ने, उन्हां दी ते कोई गिनती नहीं। एक मनुख ने फसल बीजी है पर खाण वाले ते हज़ारां ही ने। पर यह जिहड़ा कर्मां दा बीज है ना जी, मेरे पातशाह जी कहंदे ने, आपे बीज आपे ही खा। तेरे नाल किसे ने भाईवाल नहीं बनना कि धीआं पुत्रां चों कोई भाईवाल बन जाए, नहीं। ये ते जो बीजै वो आप नूं ही वढना पैना है, आप ही खाना पएगा। पातशाह जी बख्शिश पे करदे ने, जाके कीनो हेत प्यार, जाके कीने होत बेकार। कहंदे ने कि जो तू प्राप्त पिया करना, हुण धन दौलत इकट्ठा करदा है, पर इन्हां दे नाल अंदर वकार पैदा हुंदे ने। जिन्हां चीज़ां दे नाल वकार पैदा हुंदे ने, बड़ा कुछ इकट्ठा ते कीता, पर आखिरकार जिन्हां चीज़ां नूं इकट्ठियां करदा रहा, उन्हां दे नाल वकार पैदा हुंदे रहे और वकार ही लैके तुर पिया नाल। पातशाह जी कहते ने भी इस संसार विच जो भी आउंदा है ना जी, खाली नहीं जाता। कई कहते ने ना बंदा खाली हथ आउंदा ते खाली चला जाता, नहीं। इत्थे मनुख ना खाली आउंदा है ते ना खाली जाता है। इत्थे सवासां दी पूंजी लैके आउंदा है, वो परमात्मा सवासां दी पूंजी दे के भेजदा है। और इत्थों लैके जाना सी नाम रूपी हीरा, खट के ले जाना सी, आया सी वणज करन वास्ते। सच शाह हमारा तू धनी, सब जगत वणजारा राम राजे। आया सी वणज करन लई, पर इत्थे आके रैण गवाई सोए कै, दिवस गवाया खाए। हीरे जैसा जन्म है कौडी बदले जाए। एडा वडमुला जन्म मिलिया ते बंदा कौडियां पिछे लग के अजाई गवा देंदा है, नहीं समझ सकिया। हुण साहब जी कहंदे ने, कट्ठा ते तू बड़ा कुछ कीता है, पर से छोड़ चलिया खिन में गवार। कहंदे ने कि जो भी कट्ठा कीता सी, जिन्हां नाल तू प्यार करदा रहा, धीआं पुत्र धन दौलत जमीन जायदाद बड़ा कुछ बनाया, पर जदों जान लगदा है ना, उदों सब कुछ ही छड्ड के चला जाता है। उदों कोई भी चीज नाल नहीं जाती।
ਮਾਇਆ ਮੋਹ ਬਹੁ ਭਰਮਿਆ, ਮਾਇਆ ਦੇ ਮੋਹ ਵਿੱਚ ਪੈ ਕੇ ਬੰਦਾ ਭਰਮ ਵਿੱਚ ਪਿਆ ਰਹਿੰਦਾ ਹੈ, ਖੁਆਰ ਹੁੰਦਾ ਰਹਿੰਦਾ ਹੈ। ਦੇਖੋ ਮਾਇਆ ਦਾ ਮੋਹ ਜਿਹੜਾ ਨਾ ਉਹ ਮਾੜਾ ਹੈ, ਮਾਇਆ ਦੀ ਮਮਤਾ ਮਾੜੀ ਹੈ। ਪਰ ਮਨੁੱਖ ਇਸ ਮਾਇਆ ਦੀ ਮਮਤਾ ਵਿੱਚ, ਮੋਹ ਵਿੱਚ ਐਸਾ ਫਸ ਗਿਆ ਕਿ ਇਹਨੂੰ ਮਾਲਕ ਚੇਤੇ ਹੀ ਨਾ ਰਿਹਾ। ਦੁਨੀਆ ਨਾਲ ਐਸਾ ਪਿਆਰ ਪਾ ਲਿਆ ਕਿ ਇਹਨੂੰ ਦੀਨ ਚੇਤੇ ਹੀ ਨਾ ਰਿਹਾ, ਦੀਨ ਭੁੱਲ ਗਿਆ। ਪੈਸਾ ਚਾਹੀਦਾ ਹੈ, ਪ੍ਰਭੂ ਨਹੀਂ ਚਾਹੀਦਾ। ਧੰਦਾ ਚਾਹੀਦਾ ਹੈ, ਧਰਮ ਨਹੀਂ ਚਾਹੀਦਾ। ਪਰ ਅਸਲ ਵਿੱਚ ਇਹ ਦੋਵੇਂ ਚੀਜ਼ਾਂ ਬਰਾਬਰ ਚੱਲਦੀਆਂ ਨੇ। ਸਿੱਖ ਨੂੰ ਇਹ ਹੁਕਮ ਹੈ, ਸਿੱਖਾ ਤੂੰ ਧੰਦਾ ਵੀ ਕਰਨਾ ਹੈ, ਤੂੰ ਧਰਮ ਵੀ ਕਮਾਣਾ ਹੈ। ਤੂੰ ਰਹਿਣਾ ਦੁਨੀ ਵਿੱਚ, ਪਰ ਨਾਲ ਦੀਨ ਦਾ ਵੀ ਚੇਤਾ ਰੱਖੀ। ਉਸ ਮਾਲਕ ਨੂੰ ਨਾ ਭੁਲਾਈ। ਪਰ ਹੋ ਗਿਆ ਉਲਟ, ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੇ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕਹਿੰਦੇ ਨੇ ਇਹਨੇ ਗਾਫਲ ਨੇ ਆਪਣੇ ਪੈਰਾਂ ਤੇ ਆਪਣੇ ਹੱਥਾਂ ਨਾਲ ਹੀ ਕੁਹਾੜਾ ਮਾਰ ਲਿਆ। ਦੁਨੀ ਨੇ ਤੇ ਸਾਥ ਨਾ ਦਿੱਤਾ, ਜਿਹਦੇ ਕਰਕੇ ਇਹਨੇ ਦੀਨ ਗਵਾ ਲਿਆ। ਮਾਇਆ ਦੇ ਮੋਹ ਵਿੱਚ ਫਸਿਆ। ਸਭ ਕਹਿੰਦੇ ਨੇ ਮਾਇਆ ਮੋਹ ਬਹੁ ਭਰਮਿਆ, ਕਿਰਤ ਰੇਖ ਕਰ ਕਰਮਿਆ। ਕਹਿੰਦੇ ਨੇ ਕਿ ਕਰਮਾਂ ਕਰਕੇ ਜਿਹੜੇ ਸੰਸਕਾਰ ਬਣ ਜਾਂਦੇ ਨੇ, ਉਹਨਾਂ ਸੰਸਕਾਰਾਂ ਦਾ ਸਦਕਾ ਹੀ ਇਹ ਮਨੁੱਖ ਅੱਗੇ ਹੋਰ ਉਹੋ ਜਿਹੇ ਹੀ ਕਰਮ ਕਰੀ ਜਾਂਦਾ ਹੈ। ਜੋ ਮਨੁੱਖ ਦੇ ਸੰਸਕਾਰ ਬਣ ਜਾਂਦੇ ਨੇ ਨਾ, ਉਹਨਾਂ ਅਨੁਸਾਰ ਹੀ ਫਿਰ ਅੱਗੇ ਵੀ ਇਹ ਕਰਮ ਕਰੀ ਤੁਰਿਆ ਜਾਂਦਾ ਹੈ। ਕਰਨੈ ਹਾਰ ਅਲਿਪਤ ਆਪ, ਪਰ ਜਿਹੜਾ ਕਰਤਾ ਹੈ, ਕਰਨ ਯੋਗ ਹੈ, ਕਰਨ ਦੀ ਸਮਰੱਥਾ ਰੱਖਦਾ ਹੈ, ਕਹਿੰਦੇ ਨੇ ਉਹ ਆਪ ਅਲਿਪਤ ਹੈ। ਉਹ ਇਹਨਾਂ ਚੀਜ਼ਾਂ ਵਿੱਚ ਲਿਪਤ ਨਹੀਂ ਹੁੰਦਾ, ਉਹਦੇ ਤੇ ਕੋਈ ਵੀ ਅਸਰ ਨਹੀਂ। ਨਹੀਂ ਲੇਪ ਪ੍ਰਭ ਪੁੰਨ ਪਾਪ। ਮਨੁੱਖ ਦੇ ਜਿਹੜੇ ਕੀਤੇ ਹੋਏ ਕਰਮ, ਚੰਗੇ ਕਰਮ ਜਿਹੜੇ ਕਰਦਾ ਹੈ, ਉਹਨਾਂ ਅਨੁਸਾਰ ਜਿਹੜੇ ਪੁੰਨ ਕਰਦਾ ਹੈ ਨਾ, ਉਹਨਾਂ ਅਨੁਸਾਰ ਵੀ ਹੌਲੀ ਹੌਲੀ ਇਹ ਬੰਦਾ ਹੰਕਾਰੀ ਹੋ ਜਾਂਦਾ ਕਿ ਮੇਰੇ ਵਰਗਾ ਤੇ ਪੁੰਨੀ ਕੋਈ ਨਹੀਂ। ਉਹਦੇ ਨਾਲ ਵੀ ਹੰਕਾਰ ਪੈਦਾ ਹੋ ਜਾਂਦਾ ਹੈ। ਪਾਪ ਕਰਦਾ ਹੈ ਤੇ ਵਕਾਰ ਪੈਦਾ ਹੁੰਦੇ ਨੇ। ਪਰ ਕਹਿੰਦੇ ਨੇ ਉਹ ਪਰਿਪੂਰਨ ਪਰਮਾਤਮਾ ਤੇ ਨਾ ਇਹਦੇ ਕੋਈ ਹੰਕਾਰ ਦਾ ਹੀ ਅਸਰ ਹੈ ਤੇ ਨਾ ਇਹਦੇ ਵਕਾਰਾਂ ਦਾ ਕੋਈ ਅਸਰ ਹੈ। ਉਹ ਪਰਮਾਤਮਾ ਜਿਹੜਾ ਹੈ ਉਹਨੂੰ ਕੋਈ ਲੇਪ ਨਹੀਂ ਲੱਗਦਾ। ਰਾਖ ਲਿਓ ਗੋਬਿੰਦ ਦਿਆਲ, ਇੱਕ ਅਰਦਾਸ, ਇੱਕ ਤਰਲਾ ਹੈ ਕਿ ਹੇ ਪਰਿਪੂਰਨ ਪਰਮਾਤਮਾ, ਹੇ ਦਇਆ ਦੇ ਸਾਗਰ, ਕਿਰਪਾ ਕਰਕੇ ਮੈਨੂੰ ਰੱਖ ਲਓ, ਮੈਨੂੰ ਬਚਾ ਲਓ। ਔਰ ਬਚਾਉਣ ਦੀ ਸਮਰੱਥਾ ਵੀ ਕੇਵਲ ਉਹ ਪਰਮਾਤਮਾ ਹੀ ਰੱਖਦਾ ਹੈ। ਆਸਰਾ ਕੇਵਲ ਤੇ ਕੇਵਲ ਪਰਮਾਤਮਾ ਦਾ ਲੈਣਾ ਹੈ, ਜਿਹੜਾ ਕਦੇ ਵੀ ਮਨੁੱਖ ਨੂੰ ਫਿਰ ਨਿਆਸਰਾ ਨਹੀਂ ਹੋਣ ਦਿੰਦਾ। ਬਾਕੀ ਠੀਕ ਹੈ ਕਿ ਅਸੀਂ ਆਸਰੇ ਤੇ ਬੜੇ ਭਾਲਦੇ ਹਾਂ, ਕਿਸੇ ਨੂੰ ਧੀਆਂ ਪੁੱਤਰਾਂ ਦਾ ਆਸਰਾ, ਕਿਸੇ ਨੂੰ ਧਨ ਦੌਲਤ ਦਾ ਆਸਰਾ, ਜ਼ਮੀਨ ਜਾਇਦਾਦ ਦਾ ਆਸਰਾ, ਕਿਸੇ ਨੂੰ ਉੱਚੀਆਂ ਪਦਵੀਆਂ ਦਾ ਆਸਰਾ, ਬੜੇ ਆਸਰੇ ਨੇ। ਪਰ ਸੱਚ ਜਾਣਿਓ, ਇੱਕ ਦਿਨ ਇਹ ਸਾਰੇ ਆਸਰੇ ਜਿਹੜੇ ਨੇ ਨਾ, ਇਹ ਮਨੁੱਖ ਦਾ ਸਾਥ ਛੱਡ ਜਾਂਦੇ ਨੇ। ਕੋਈ ਵੀ ਸਾਥ ਨਹੀਂ ਫਿਰ ਦਿੰਦਾ। ਇੱਕ ਦਿਨ ਮਨੁੱਖ ਨਿਆਸਰਾ ਹੋ ਜਾਂਦਾ ਹੈ। ਪਰ ਜਦੋਂ ਫਿਰ ਵੀ ਉਸ ਪਰਮਾਤਮਾ ਦੇ ਚਰਨਾਂ ਵਿੱਚ ਆ ਕੇ ਆਪਣਾ ਆਪਾ ਸਰੈਂਡਰ ਕਰ ਦਿੰਦਾ ਨਾ, ਉਹ ਪਰਮਾਤਮਾ ਫਿਰ ਆਪਣੇ ਪਿਆਰੇ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ। ਉਹ ਆਪ ਹੱਥ ਦੇ ਕੇ ਰੱਖ ਲੈਂਦਾ। ਮੈਂ ਇੱਕ ਦਿਨ ਪੜ੍ਹ ਰਿਹਾ ਸੀ
ਕਹਿੰਦੇ ਨੇ ਕਿ ਕੋਈ ਰਾਜਾ ਬਿਮਾਰ ਹੋ ਗਿਆ, ਇੰਨਾ ਰੋਗ ਵੱਧ ਗਿਆ ਉਹਦਾ ਕਿ ਸ਼ਾਹੀ ਤਬੀਬਾਂ ਨੇ ਕਹਿ ਦਿੱਤਾ ਵੀ ਸਾਡੇ ਵੱਸ ਤੋਂ ਗੱਲ ਬਾਹਰ ਹੋ ਗਈ ਹੈ, ਤੇਰਾ ਬਚਣਾ ਮੁਸ਼ਕਲ ਹੈ। ਕੋਈ ਸਿਆਣਾ ਹਕੀਮ ਵੈਦ ਆਇਆ ਤੇ ਉਹਨੇ ਆ ਕੇ ਦੱਸਿਆ, ਕਹਿਣ ਲੱਗਾ ਕਿ ਇੱਕ ਦਵਾਈ ਤਿਆਰ ਹੋ ਸਕਦੀ ਹੈ, ਸ਼ਾਇਦ ਇਹਦੀ ਕਿਤੇ ਜਾਨ ਬਚ ਜਾਏ। ਤੇ ਪੁੱਛਿਆ ਕਿ ਉਹ ਕਿਵੇਂ? ਕਹਿਣ ਲੱਗੇ ਕਿ ਕੋਈ ਛੋਟਾ 7-8 ਸਾਲ ਦਾ ਬੱਚਾ ਹੋਵੇ ਨਾ, ਉਸ ਬੱਚੇ ਦਾ ਪਿੱਤਾ ਕੱਢ ਕੇ, ਉਹਨੂੰ ਮਾਰ ਕੇ ਉਹਦਾ ਪਿੱਤਾ ਕੱਢ ਕੇ ਦਵਾਈ ਬਣਾਈ ਜਾਏ, ਇਹਨੂੰ ਦਿੱਤੀ ਜਾਏ ਤੇ ਹੋ ਸਕਦਾ ਕਿ ਇਹਦੀ ਜਾਨ ਬਚ ਜਾਏ। ਹੁਣ ਰਾਜਾ ਸੀ, ਕਿਸੇ ਗੱਲ ਦੀ ਕਮੀ ਨਹੀਂ। ਕੋਈ ਵੇਖਿਆ ਗਰੀਬ ਮਾਂ ਬਾਪ, ਉਹਨਾਂ ਨੂੰ ਧਨ ਦੌਲਤ ਦਿੱਤਾ ਤੇ ਬੱਚਾ ਉਹਨਾਂ ਕੋਲੋਂ ਲੈ ਲਿਆ। ਹੁਣ ਉਸ ਬੱਚੇ ਨੂੰ ਮਾਰਿਆ ਜਾਣਾ, ਦਰਿਆ ਦੇ ਕਿਨਾਰੇ ਤੇ ਲਿਆਂਦਾ ਗਿਆ ਜਿੱਥੇ ਉਸ ਨੂੰ ਮਾਰਨਾ ਸੀ। ਕਹਿਣ ਲੱਗੇ ਕਿ ਤੇਰੀ ਕੋਈ ਆਖਰੀ ਖਾਸ਼ ਹੈ ਤੇ ਦੱਸ। ਬੱਚਾ ਮਾਸੂਮ ਸੀ, ਛੋਟਾ ਸੀ। ਕਹਿਣ ਲੱਗਾ, ਰਾਜਨ ਹੋਰ ਕੋਈ ਖਾਸ਼ ਨਹੀਂ, ਕੇਵਲ 2-4 ਮਿੰਟ ਵਾਸਤੇ ਮੈਨੂੰ ਛੱਡ ਦਿੱਤਾ ਜਾਏ। ਉਸ ਬੱਚੇ ਨੂੰ ਛੱਡਿਆ ਗਿਆ। ਸੋਚਿਆ ਕਿ ਇੰਨੀ ਫੌਜ ਨਾਲ ਹੈ, ਕਿਹੜਾ ਕਿਤੇ ਦੌੜ ਚੱਲੇ। ਉਹ ਬੱਚਾ ਦਰਿਆ ਦੇ ਕਿਨਾਰੇ ਤੇ ਉਹਨੇ ਥੋੜੀ ਜਿਹੀ ਰੇਤ ਇਕੱਠੀ ਕੀਤੀ ਤੇ ਛੋਟੀਆਂ ਛੋਟੀਆਂ ਉਹਨੇ 4 ਢੇਰੀਆਂ ਬਣਾ ਲਈਆਂ। 4 ਢੇਰੀਆਂ ਬਣਾਈਆਂ ਤੇ 3 ਢੇਰੀਆਂ ਉਹਨੇ ਆਪਣਾ ਹੀ ਪੈਰ ਮਾਰ ਕੇ ਆਪੇ ਹੀ ਢਾ ਦਿੱਤੀਆਂ। ਇੱਕ ਢੇਰੀ ਰਹਿਣ ਦਿੱਤੀ ਤੇ ਕਹਿਣ ਲੱਗਾ, ਰਾਜਨ ਤੁਸੀਂ ਹੁਣ ਆਪਣਾ ਕੰਮ ਕਰ ਦਿਓ। ਬੜੀ ਹੈਰਾਨਗੀ ਹੋਈ ਤੇ ਪੁੱਛਿਆ, ਕਹਿਣ ਲੱਗੇ, ਬੇਟਾ ਇਸ ਤੋਂ ਬਾਅਦ ਤੇ ਤੈਨੂੰ ਮਾਰ ਦਿੱਤਾ ਜਾਣਾ, ਪਰ ਮੇਰੇ ਮਨ ਵਿੱਚ ਇਹ ਤੌਖਲਾ ਰਹੇਗਾ ਵੀ ਤੂੰ ਇਹ ਢੇਰੀਆਂ ਬਣਾਈਆਂ, ਆਪ ਹੀ ਬਣਾ ਕੇ ਤੇ 3 ਢਾ ਦਿੱਤੀਆਂ ਤੇ 1 ਰਹਿਣ ਦਿੱਤੀ, ਇਹਦਾ ਕੀ ਕਾਰਨ ਹੈ? ਉਸਨੇ ਹੱਥ ਜੋੜੇ ਤੇ ਕਹਿਣ ਲੱਗਾ, ਰਾਜਨ ਪਹਿਲੀ ਢੇਰੀ ਮੈਂ ਬਣਾਈ ਸੀ ਆਪਣੇ ਮਾਪਿਆਂ ਦੇ ਨਾਂ ਦੀ। ਬੱਚੇ ਨੂੰ ਆਸਰਾ ਹੁੰਦਾ ਮਾਂ ਬਾਪ ਦਾ, ਕੋਈ ਜਰਾ ਜਿੰਨਾ ਬਾਹਰੋਂ ਕੋਈ ਡਰਾਏ ਧਮਕਾਏ ਤੇ ਉਹ ਦੌੜ ਕੇ ਮਾਂ ਬਾਪ ਦੇ ਕੋਲ ਜਾਂਦਾ ਹੈ। ਇੱਕ ਬੜਾ ਵੱਡਾ ਆਸਰਾ ਹੁੰਦਾ, ਭਾਵੇਂ ਮਾਂ ਬਾਪ ਕਮਜ਼ੋਰ ਹੀ ਹੋਣ ਨਾ, ਪਰ ਬੱਚੇ ਨੂੰ ਇਹ ਹੁੰਦਾ ਕਿ ਮੈਂ ਇਹਨਾਂ ਦੀ ਸ਼ਰਨ ਵਿੱਚ ਆ ਗਿਆ, ਹੁਣ ਮੈਨੂੰ ਕੋਈ ਕੁਝ ਨਹੀਂ ਕਹੇਗਾ। ਪਰ ਮੇਰੇ ਤੇ ਮਾਂ ਬਾਪ ਨੇ ਮਾਇਆ ਦੇ ਲਾਲਚ ਵਿੱਚ ਆ ਕੇ ਤੇਰੇ ਕੋਲ ਮੈਨੂੰ ਵੇਚ ਦਿੱਤਾ, ਇਸ ਕਰਕੇ ਮੈਂ ਪਹਿਲੀ ਢੇਰੀ ਮਾਪਿਆਂ ਦੀ ਢਾ ਦਿੱਤੀ। ਹੁਣ ਇਹਨਾਂ ਦਾ ਆਸਰਾ ਨਹੀਂ ਰਿਹਾ। ਕਹਿਣ ਲੱਗੇ, ਦੂਜੀ ਢੇਰੀ ਇਹ ਹੁੰਦੀ ਏ ਜਿਹੜਾ ਧਰਮ ਦਾ ਮੁਖੀ ਹੋਵੇ ਉਹਦੀ, ਕਿਉਂਕਿ ਜਦੋਂ ਕਿਤੇ ਕੋਈ ਵਿਪਤਾ ਪੈਂਦੀ ਏ ਬੰਦਾ ਧਰਮ ਦਾ ਆਸਰਾ ਲੈਂਦਾ ਹੈ, ਧਾਰਮਿਕ ਮੁਖੀਆਂ ਕੋਲ ਜਾਂਦਾ ਹੈ। ਪਰ ਮੇਰੇ ਤੇ ਧਰਮ ਦਾ ਮੁਖੀ ਜਿਹੜਾ ਸੀ, ਉਹਨੇ ਬੋਲ ਕੇ ਕਹਿ ਦਿੱਤਾ ਕਿ ਜੇ ਰਾਜੇ ਦੀ ਜਾਨ ਬਚਦੀ ਏ ਤੇ ਕਿਸੇ ਬੱਚੇ ਦਾ ਕਤਲ ਕਰਨਾ ਗੁਨਾਹ ਨਹੀਂ। ਇਸ ਕਰਕੇ ਹੁਣ ਇਹ ਵੀ ਢੇਰੀ ਮੈਂ ਢਾ ਦਿੱਤੀ ਧਰਮ ਦੇ ਮੁਖੀ ਦੀ। ਤੀਜੀ ਢੇਰੀ ਹੁੰਦੀ ਏ ਕਿ ਜਿਹੜਾ ਦੇਸ਼ ਦਾ ਰਾਜਾ ਹੁੰਦਾ ਹੈ, ਪ੍ਰਜਾ ਉਹਦੇ ਕੋਲ ਆ ਕੇ ਆਪਣਾ ਦੁੱਖ ਰੋਂਦੀ ਏ, ਪਰ ਮੇਰੇ ਤੇ ਦੇਸ਼ ਦਾ ਰਾਜਾ ਹੀ ਮੇਰੀ ਜਾਨ ਦਾ ਦੁਸ਼ਮਣ ਬਣ ਗਿਆ, ਮੈਂ ਕਿੱਥੇ ਜਾਵਾਂ? ਮੇਰਾ ਤੇ ਰਾਜਾ ਹੀ ਮੇਰੀ ਜਾਨ ਦਾ ਦੁਸ਼ਮਣ ਬਣ ਗਿਆ, ਇਸ ਕਰਕੇ ਮੈਂ ਤੇਰੀ ਢੇਰੀ ਵੀ ਢਾ ਦਿੱਤੀ। ਤੇ ਕਹਿਣ ਲੱਗਾ ਚੌਥੀ ਢੇਰੀ ਹੁਣ ਇੱਕੋ ਹੀ ਪਰਿਪੂਰਨ ਪਰਮਾਤਮਾ ਦੀ ਹੈ। ਕਹਿਣ ਲੱਗੇ, ਸੱਜਣਾ ਇਹ ਢੇਰੀ ਆਖਰੀ ਸਵਾਸਾਂ ਤੱਕ ਰਹੇਗੀ, ਔਰ ਮੈਨੂੰ ਵਿਸ਼ਵਾਸ ਹੈ ਕਿ ਕੇਵਲ ਇੱਥੇ ਹੀ ਨਹੀਂ, ਅੱਗੇ ਵੀ ਮੇਰੀ ਬਾਹ ਮੇਰਾ ਮਾਲਕ ਜ਼ਰੂਰ ਫੜੇਗਾ। ਇਹ ਉਸ ਦੀ ਢੇਰੀ ਹੈ। ਤੇ ਰਾਜੇ ਨੇ ਕਿਆ ਕਹਿਣ ਲੱਗਾ, ਇਸ ਛੋਟੇ ਜਿਹੇ ਬੱਚੇ ਨੂੰ ਇੰਨਾ ਭਰੋਸਾ ਹੈ ਪਰਮਾਤਮਾ ਤੇ, ਕਹਿਣ ਲੱਗਾ ਜਿਹਦੇ ਆਸਰੇ ਤੇ ਇਹ ਬੱਚਾ ਖਲੋਤਾ ਹੈ ਨਾ, ਮੈਨੂੰ ਵੀ ਉਹਦੇ ਆਸਰੇ ਤੇ ਛੱਡ ਦਿੱਤਾ ਜਾਏ। ਮੈਨੂੰ ਵੀ ਦਵਾਈਆਂ ਦੀ ਲੋੜ ਨਹੀਂ, ਉਹਦੇ ਆਸਰੇ ਤੇ ਰਹਿਣ ਦਿਓ। ਜੇ ਉਹਦੀ ਕਿਰਪਾ ਹੋਈ ਤੇ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਲੋੜ ਹੈ ਵਿਸ਼ਵਾਸ ਦੀ। ਹੁਣ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ, ਰਾਖ ਲਿਓ ਗੋਬਿੰਦ ਦਇਆਲ
तेरी शरण पूर्ण कृपाल। हे परिपूर्ण परमात्मा, तू हर पास्यों पूर्ण है, तू किसे पास्यों में अधूरा नहीं, और तू ही कृपालु है। कहते ने कि सिमरन ओदा करना चाहिए जो हर पास्यों अगे होवे। कोई बंदा किसे पास्यों अगे होवेगा, किसे पास्यों पिछे होवेगा। कोई देश किसे पक्ष तो अगे होवेगा, किसे पक्ष तो पिछे होवेगा। कोई राज किसे पक्ष तो अगे होवेगा, सरकार किसे पक्ष तो पिछे होवेगी। पर वो परिपूर्ण परमात्मा जेड़ा सारे पासियां तो अगे है, पूर्ण है, किसे पास्यों भी वो अधूरा नहीं, और वो कृपालु है। ओदे चरनां विच अरदास बेनती, तेरी शरण पूर्ण कृपाल, तुझ बिन दूजा नाई ठाओ। ठाओ कहंदे ने थां नूं, कहंदे ने हे परिपूर्ण परमात्मा, तेरे तो बगैर होर दूजा कोई थां ही नहीं, कोई टकाना नहीं। तुधनों छोड़ जाइए प्रभ कह दर, आन ना बिया तेरी समसर। हे वाहिगुरु, तेरे बराबर दा होर कोई है ही नहीं। केवल आसरा टकाना, केवल आसरा तेरा है। सब कहंदे ने कर कृपा प्रभ देव नाओ। कहंदे ने कि तेरे तो बगैर मेरा कोई टकाना नहीं। तेरी शरण विच आया ते मंग की मंगीए, कर कृपा प्रभ देव नाओ। हे वाहिगुरु, कृपा कर, नाम दी दात दे दे। असी भी आउंदे आ गुरुद्वारे रोज, पूजा पाठ भी करने आ, पर सच जानियो मैं माफी पहला मंग लवां, साडे विचों बहुत घट होणगे जेड़े आके ये अरदास करदे होण कि हे वाहिगुरु, कृपा कर, नाम दी दात झोली च पा दे, कृपा कर, अमृत वेले दा जागना बख्श दे। असी ते बहुते पदार्थां नाल जुड़े होए आउंदे आ। पदार्थां नाल जुड़िया होया बंदा आउंदा और सेवा थोड़ी, मांगण बहुता। रुपये भावें 10 रख के मत्था टेकिया होए, पर साडी लिस्ट बड़ी लंबी हुंदी है, मैनूं आ भी चाहिदा, मैनूं आ भी चाहिदा। साडियां मंगां बड़ियां ने, पर जे किते मंग पूरी ना होवे ते फिर ये नहीं जे आखदे कि देने वाले शिकवा नहीं है तुझ पे, मेरा दामन ही इस काबल ना था। हे वाहिगुरु, तेरे ते कोई शिकवा नहीं, मेरी झोली इस योग नहीं सी। नहीं, असी फिर गुरु दा दर छड्ड के होर थावां ते भटकदे फिरने आ। असी ते मुर्दियां अगे भी झोलियां अड्ड के मंगण लग पैंदे आ, कबरां ते जाके भी झोलियां अड्ड के मंगण लग पैंदे आ, क्योंकि भरोसा नहीं, यकीन नहीं। गुरु अर्जन देव महाराज जी का पावन बचन है। मेरे पातशाह जी कहते ने, 10 वस्तु लै पातशाह पावै, एक वस्त कारण बिखोट गवावै। बिखोट कहते ने भरोसे नूं, यकीन नूं। 10 वस्तु लै पातशाह पावै, जेड़ियां पहलियां 10 मिलियां ने ना, पातशाह पावै दा अर्थ है वो ते भुल गया, उन्हां दा ते चेता नहीं। पर जेड़ी हुण एक मंगदा है, जे किते ना मिले, एक वस्त कारण बिखोट गवावै। एक वस्तु के कारण साडा भरोसा तुर गया। वेखो जी, मैं तो एक चीज मंगी सी, वो भी नहीं मिली, काहदा गुरु है। फिर असी होर थावां ते भटकना शुरू कर देने आ। पर एक गल याद रखियो, जहां कोई सर नहीं झुकता उसे भी दर नहीं कहते, हर जगह जो झुक जाए उसे भी सर नहीं कहते। कहंदे ने, शेर ही काहदा है जेड़ा थां थां ते झुकदा फिरे, जेड़ा थां थां ते मत्थे रगड़दा फिरे। उस एक ते भरोसा, एक ते यकीन करना है। हुण पातशाह जी बख्शिश पे करदे ने, तुद बिन दूजा नाई ठाओ, कर कृपा प्रभ देव नाओ। हे वाहिगुरु जी, कृपा करो, नाम दी दात दे दियो। आखां जीवां विसरे मर जाओ। हे वाहिगुरु, तेरा नाम विसर नाही दातार, अपना नाम देओ। गुण गावां दिन रात नानक चाओ।
मैं होर कोई भी मंग नहीं मंगदा, मैं तो इको ही मंग मंगना कि नाम दी दात दे दे। और हकीकत यह है कि पातशाह जी कहते ने भी जिदी झोली विच नाम आ जाए ना जी, उहदे वर्गा दुनिया ते होर कोई राजा नहीं जी। जिस नाम हृदय सोई बड़ राजा, जिस नाम हृदय तिस पूरे काजा। पर असी ते केवल पदार्थां नाल जुड़े हुए पदार्थ मंगने आ, नाम नहीं मंगदे। जिहदी किरपा दे नाल सब कुछ मिलना है उहनूं नहीं मंगदे। छोटा जिहा बच्चा किते दरखत दे अंब दे दरखत थले खड़ा सी ते हाथ जोड़ के कहन लगा, ऐ अंब दे दरखत मेरे ते किरपा कर, मैनू 5 अंब चाहिदे ने, दे दे। मनोकल्पत कहानी समझाण लई ओह कहन लगा, बेटा इत्थे ते जिन्ने भी आउंदे ने सारे पत्थर मारन वाले आउंदे ने, सारे वट्टे मारन वाले आउंदे ने। तू पहली वारी आया जिन्हें इन्नी निमरता दे नाल मेरे कोल आके कुछ मंगया, मेरा ते जी करदा मैं तेरे घर ही चला जावां, रोज जिन्ने मर्जी अंब खाया कर। वो बच्चा कहन लगा, नहीं नहीं मेरे घर विच इन्नी थां ही कोई नहीं तेरे लिए, मैनू ते 4 अंब चाहिदे ने, दे दे, बस इन्ना ही बड़ा है। असी सुखां दे दाते नूं नहीं मंगदे, केवल सुख मंगने आ। जिहदे कोलों पदार्थ मिलने ने उहनूं नहीं मंगदे, केवल पदार्थां दे नाल जुड़े होए आ। पर साहब जी कहंदे ने नहीं, किरपा कर नाम दी दात झोली विच पा दे। तू करता तू करनहार, तू ऊंचा तू बहु अपार। कहंदे ने सारी सृष्टि दा करता तू आप है, तू ही करन वाला है, तू ही पैदा कीता सारिਆਂ ਨੂੰ। और केवल पैदा ही नहीं कीता, तू उन्हां दी संभाल करन वाला भी आप ही है। जियो पाए पिंड जिन साजिया, दिता पहनन खान। जिन्ने शरीर दिता उहदे विच जिंद पाई हर, जियो गुफा अंदर रख के वाजा पवन वजाया। और केवल जिंद नहीं पाई, खाण वास्ते भी दे रहा है, पहनन वास्ते भी दे रहा है। पर असी उस मालिक नूं याद नहीं करते जेड़ा सारी समर्था रखण वाला है। असी ते सतगुर साहिब छड्ड के मनमुख होए बंदे दा बंदा। असी बंदियां दी जय जयकार बड़ी करांगे, पर जदों ओदी जय जयकार करन दा वेला हुंदा उदों साडे कोल टाइम ही कोई नहीं हुंदा, उदों साडे कोल समा ही कोई नहीं हुंदा। तो साहिब जी बख्शिश पे करदे ने, तू ऊंचा तू बहु अपार। कहंदे ने हे परमात्मा तू बहुत उच्चा है, तू सारियां तो उच्चा है। कदे साडे देश विच ये विचारधारा बनी सी कि जेड़े नीवियां जातियां वाले ने ना ओहदा नां नहीं लै सकदे। ये विथां पैदा कीतियां गईयां सन भी ओहदा नां लैण दा उन्हां नूं कोई अधिकार नहीं। पर सतगुरु जी ने ये सारियां विथां जेड़ियां ने ना वो मिटा दित्तियां ने। इत्थे ते जेड़ा भी उच्चे नाल जुड़ गया वो नीवा रह ही नहीं सकदा। कदे विचारधारा सी कि जेड़े कीते हुए कर्म ने वो बदलदे नहीं, पर इत्थे मेरे पातशाह जी कहंदे ने, कौन को कलंक रहो राम नाम लेत ही, पतत पवित भये राम कहत ही। इत्थे ते सारे पाप जेड़े ने वो मिट जांदे ने, पर जे कोई ओदे नाल उच्चे नाल जुड़ जाए। संगत करिए बढ़न की होत बढ़न स्यों मेल, सब जानत के बढ़त है बिरख बराबर बेल। जिन्ना उच्चा दरखत होवे तुसी वेल नूं नाल जोड़ दिओ उन्नी उच्ची हो जाएगी। इस करके वो परमात्मा जिदा पारावार कोई नहीं, जिदा पारला बन्ना कोई नहीं, ओदी शरण विच आउणा है। कर किरपा लड़ ले लाए, हे परिपूर्ण परमात्मा किरपा करके अपने पल्ले दे नाल जोड़ लो, अपनी बांह फड़ा दिओ। ते साहब जी कहंदे ने,
ਨਾਨਕ ਦਾਸ ਪ੍ਰਭ ਕੀ ਸ਼ਰਨ ਆਏ। ਕਹਿੰਦੇ ਨੇ हे ਨਾਨਕ ਆਖ ਜਿਹੜੇ ਉਹਦੇ ਦਾਸ ਨੇ ਉਸ ਪਰਮਾਤਮਾ ਦੀ ਸ਼ਰਨ ਵਿੱਚ ਹੀ ਪਏ ਰਹਿੰਦੇ ਨੇ, ਉਹ ਉਹਦੀ ਮਰਜ਼ੀ ਵਿੱਚ ਹੀ ਆਪਣੀ ਮਰਜ਼ੀ ਨੂੰ ਢਾਲ ਦਿੰਦੇ ਨੇ। ਮਨੁੱਖ ਦਾ ਸੁਭਾਅ ਹੈ ਆਪਣੀ ਮਰਜ਼ੀ ਅਨੁਸਾਰ ਚੱਲਦਾ ਹੈ, ਔਰ ਸਾਡਾ ਇਹ ਸੁਭਾਅ ਹੈ ਕਿ ਮਨੁੱਖ ਚਾਹੁੰਦਾ ਤੇ ਸੁੱਖ ਹੈ, ਪਰ ਸੁੱਖ ਕਿਵੇਂ ਜਿਹੜਾ ਇਹਨੂੰ ਆਪਣੀ ਮਰਜ਼ੀ ਅਨੁਸਾਰ ਮਿਲੇ। ਇਹਦੀ ਮਰਜ਼ੀ ਹੋਵੇ ਤੇ ਭਾਵੇਂ ਕਿਸੇ ਦਾ ਕਤਲ ਹੋ ਜਾਏ ਨਾ ਇਹਨੂੰ ਸੁੱਖ ਮਿਲਦਾ ਹੈ, ਪਰ ਇਹਦੀ ਮਰਜ਼ੀ ਨਾ ਹੋਵੇ ਤੇ ਕੋਈ ਬਚ ਜਾਏ ਤੇ ਇਹ ਦੁਖੀ ਹੋ ਜਾਂਦਾ ਹੈ। ਪਰ ਸਾਹਿਬ ਜੀ ਕਹਿੰਦੇ ਨੇ ਇੱਥੇ ਮਰਜ਼ੀ ਆਪਣੀ ਨਹੀਂ ਚੱਲਦੀ, ਮਰਜ਼ੀ ਤੇ ਉਸ ਮਾਲਕ ਦੀ ਚੱਲਦੀ ਏ। ਇਸ ਕਰਕੇ ਜੇ ਸੁੱਖ ਚਾਹਨਾ ਨਾ ਤੇ ਉਹਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਨੂੰ ਮਿਲਾ ਲੈ, ਉਹਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਨੂੰ ਢਾਲ ਦੇ, ਫਿਰ ਤੈਨੂੰ ਸਦੀਵੀ ਸੁੱਖ ਮਿਲੇਗਾ। ਕਿੱਥੋਂ ਤੱਕ ਦਾ ਸੁੱਖ ਮਿਲਦਾ ਹੈ? ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਏਗੀ। ਭੁੱਲਾਂ ਚੁੱਕਾਂ ਦੀ ਖਿਮਾ।